स्वागत तुहाडा सारिਆਂ ਦਾ ਚੰਡੀਗੜ੍ਹ दूरदर्शन ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਦਰਸ਼ਕੋ ਅੱਜ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੀ ਜਾਣ ਪਛਾਣ ਉਸ ਸ਼ਖਸੀਅਤ ਨਾਲ ਕਰਾਵਾਂਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਵਿਦਿਆ ਦੇ ਨਾਲ ਤੇ ਉਸ ਦੇ ਨਾਲ ਜਿਹੜੀ ਉਹਨਾਂ ਦੀ ਖੋਜ ਹੈ ਉਸ ਖੋਜ ਦੇ ਵਿੱਚ ਕੁਝ ਪੁਰਾਤਨ ਜਿਹੜੀਆਂ ਬਿਮਾਰੀਆਂ ਹੈ ਉਹਨਾਂ ਨੂੰ ਲੈ ਕੇ ਤੇ ਅੱਜ ਦੇ ਸਵੱਛਤਾ ਦੇ ਨਾਲ ਜੋੜ ਕੇ ਜੋ ਉਹਨਾਂ ਨੇ ਕੰਮ ਕੀਤਾ ਹੈ ਉਹ ਸ਼ਲਾਘਾਯੋਗ ਹੈ। ਮੁਲਾਕਾਤ ਕਰਾਉਨੇ ਆ ਡਾਕਟਰ रूबी बाला जी नाल तुहाडी बहुत बहुत स्वागत मैम तुहाडा जी थैंक यू। मैं पढ़दा पिया सीगा तुहाडा हुणे ही टॉपिक बड़ा वधिया सीगा PhD दा कि बस्तीवाद ते प्लेग महामारी। हाँ जी। और PhD तुसीं कीती है इतिहास दे विच जी और संबंध इहदा मैडिकल दे नाल भी है। हाँ जी। संबंध इहदा बीमारियां दे नाल भी है, संबंध इहदा डॉक्टरी दे नाल भी है और अजकल जो चलदा पिया वापरदा पिया जिस दे नाल बहुत वड्डी त्रासदी पूरी दुनिया ने चली है कोविड दी ਉਹਦੇ ਨਾਲ ਵੀ ਕਿਤਨਾ ਕਿਤੇ ਤੁਹਾਡਾ ਟੌਪਿਕ ਜਿਹੜਾ ਵਾ ਬਿਲਕੁਲ ਮੈਚ ਖਾਂਦਾ ਪਿਆ। ਇਸ ਤੋਂ ਪਹਿਲਾਂ ਕਿ ਮੈਂ ਸਾਰੀ ਗੱਲਬਾਤ ਨੂੰ ਸ਼ੁਰੂਆਤ ਕਰਾਂ ਮੈਂ ਕੱਲ ਪੁੱਛਦਾ ਕਿ ਬਸਤੀਵਾਦ ਤੇ ਪਲੇਗ ਮਹਾਮਾਰੀ ਇਹ ਵਿਸ਼ਾ ਕਿਉਂ ਚੁਣਿਆ ਤੁਸੀਂ? ਹਾਂਜੀ ਸਰ ਐਕਚੁਅਲੀ ਮੇਰਾ ਇੰਟਰਸਟ ਸੀਗਾ ਮੈਡੀਸਿਨ ਸੇ ਮੈਡੀਕਲ ਹਿਸਟਰੀ ਦੇ ਉੱਪਰ ਤੇ ਇਤਿਹਾਸ ਦੇ ਵਿੱਚ ਮਾਡਰਨ ਪੀਰੀਅਡ ਦੇ ਵਿੱਚ ਮੈਂ PhD ਕੀਤੀ ਹੈ ਤੇ ਮੈਨੂੰ ਅੱਛਾ ਲੱਗਿਆ ਇਸ ਟੌਪਿਕ ਦੇ ਉੱਪਰ ਕੰਮ ਕਰਨਾ। ਪਲੇਗ ਉਸ ਟਾਈਮ ਦੇ ਉੱਪਰ ਆਉਂਦੀ ਹੈ और लॉन्ग टाइम ਦੇ ਲਈ ਰਹਿੰਦੀ ਹੈ और बहुत सारे अराउंड 30 ਲੱਖ ਲੋਕ ਜਿਹੜੇ ਨੇ ਉਹ ਭਾਰਤ ਵਿੱਚ ਮਾਰੇ ਗਏ ਉਸ ਟਾਈਮ ਤੇ ਉਹਦੇ ਉੱਪਰ ਕੋਈ ਵੀ ਇੰਡੀਪੈਂਡੈਂਟ ਵਰਕ ਜਿਹੜਾ ਉਹ ਨਹੀਂ ਹੋਇਆ। ਮਤਲਬ ਮੈਂ ਮੈਡੀਸਿਨ ਹਿਸਟਰੀ ਸ਼ਬਦ ਹੀ ਪਹਿਲੀ ਵਾਰੀ ਸੁਣ ਰਿਹਾ ਤੁਹਾਡੇ ਕੋਲੋਂ। ਮਤਲਬ ਕਈ ਵਾਰੀ ਇਦਾਂ ਦੀ ਜਿਹੜੀਆਂ ਗੱਲਬਾਤ ਕਰਦੇ ਹਾਂ ਅਸੀਂ ਆਪਣੇ ਮੈਡੀਸਿਨ ਹਿਸਟਰੀ। ਹਾਂਜੀ ਫਿਰ ਮੈਡੀਸਿਨ ਹਿਸਟਰੀ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਗੱਲਬਾਤ। ਮੈਡੀਸਿਨ ਹਿਸਟਰੀ ਦੀ ਜੇ ਅਸੀਂ ਗੱਲ ਕਰੀਏ ਤੇ ਇਸ ਹਿਸਟਰੀ ਵਿੱਚ ਕਿਹੜੀਆਂ ਮੈਡੀਸਿਨਸ ਦਾ ਔਰ ਕਿਹੜੀਆਂ ਬਿਮਾਰੀਆਂ ਦਾ ਜ਼ਿਕਰ ਆਉਂਦਾ ਸੀ ਔਰ ਕਦੋਂ ਤੋਂ ਆਉਂਦਾ ਸੀਗਾ? ਜੀ ਜੀ ਸਰ ਇਨੀਸ਼ੀਅਲੀ ਕੁਝ ਸਾਨੂੰ ਅਸੀਂ ਪਿਛੋਕੜ 'ਚ ਦੇਖੀਏ ਤੇ ਕੁਝ ਜ਼ਿਆਦਾ ਬਿਮਾਰੀਆਂ ਦੇ ਬਾਰੇ ਸਾਨੂੰ ਪਤਾ ਨਹੀਂ ਚੱਲਦਾ ਇਤਿਹਾਸਿਕ ਤੌਰ ਤੇ ਅਗਰ ਅਸੀਂ ਦੇਖਦੇ ਹਾਂ ਜੀ। ਲੇਕਿਨ ਕੁਝ ਰੈਫਰੈਂਸਿਸ ਜਿਹੜੀਆਂ ਨੇ ਏਸ਼ੀਅਨ ਇੰਡੀਅਨ ਹਿਸਟਰੀ ਦੇ ਵਿੱਚ ਮਿਲਦੀਆਂ ਨੇ। ਅਦਰਵਾਈਜ਼ ਮੈਡੀਵਲ ਦੇ ਵਿੱਚ ਸਾਨੂੰ ਪਲੇਗ ਦੇ ਬਾਰੇ ਪਤਾ ਚੱਲਦਾ ਹੈ ਜਿਹੜਾ ਯੂਰਪ ਦੇ ਵਿੱਚ ਆਉਂਦੀ ਹੈ 13ਵੀਂ ਸੈਂਚੁਰੀ ਦੇ ਵਿੱਚ 1348 ਤੋਂ 1352 ਦੇ ਵਿੱਚ। ਸੋ ਇਸ ਸਮੇਂ ਆਲਮੋਸਟ 1/3 ਯੂਰਪ ਜਿਹੜਾ ਹੈ 1/3 ਯੂਰਪ ਜਿਹੜਾ ਉਹ ਖਾਲੀ ਹੋ ਜਾਂਦਾ ਹੈ ਇਸ ਬਿਮਾਰੀ ਦੇ ਨਾਲ। ਹਾਂਜੀ ਸੋ ਭੱਜ ਦੌੜ ਜਿਹੜੀ ਉਹ ਮਚ ਜਾਂਦੀ ਹੈ ਔਰ ਉਸ ਸਮੇਂ ਉਸ ਬਿਮਾਰੀ ਦਾ ਇਲਾਜ ਜਿਹੜਾ ਉਹ ਨਹੀਂ ਲੱਭਦਾ। ਤੋ ਇਸ ਨੂੰ ਬਲੈਕ ਡੈਥ ਵੀ ਕਹਿੰਦੇ ਕਿਉਂਕਿ ਮਰੀਜ਼ ਜਿਹੜਾ ਉਹਦੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਦੇ ਨਾਲ ਉਹਦੀ ਆਲਮੋਸਟ ਬੋਡੀ ਜਿਹੜੀ ਸੀਗੀ ਉਹ ਬਲੈਕ ਹੋ ਜਾਂਦੀ ਸੀਗੀ। ਠੀਕ ਹੈ ਜੀ। ਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਪਲਾਇਨ ਹੁੰਦਾ ਸੀਗਾ ਯੂਰਪੀਅਨ ਵੱਖ-ਵੱਖ ਕਾਲੋਨੀਜ਼ ਵੱਲੋਂ ਹਾਂਜੀ ਜਾਂ ਯੂਰਪੀਅਨ ਸਮੁਦਾਇ ਵੱਲੋਂ ਪੁਰਤਗਾਲੀਜ਼ ਆ ਗਏ ਸੀਗੇ, ਫਰਾਂਸੀਸੀ ਆ ਗਏ ਸੀ, ਬ੍ਰਿਟਿਸ਼ ਲੋਕ ਆਏ ਸੀ, ਰੋਮਨਸ ਆ ਗਏ ਸੀਗੇ ਜੀ, ਇਹ ਤੁਹਾਡਾ ਖਿਆਲ ਹੈ ਕਿ ਇਹ ਜਦੋਂ ਉਹਨਾਂ ਦੀ ਮਾਈਗ੍ਰੇਸ਼ਨ ਏਸ਼ੀਆ ਵੱਲ ਹੋਈ ਆ ਜੀ 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 ਇਹ ਇਸ ਬਿਮਾਰੀ ਦਾ ਉਸ ਮਾਈਗ੍ਰੇਸ਼ਨ ਦੇ ਉੱਤੇ ਵੀ ਕੁਝ ਅਸਰ ਸੀਗਾ? ਹਾਂਜੀ ਅਸਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1757 ਦੇ ਵਿੱਚ ਪਲਾਸੀ ਦੀ ਲੜਾਈ ਤੋਂ ਜਿਹੜਾ ਹੈ ਬ੍ਰਿਟਿਸ਼ ਫਾਊਂਡੇਸ਼ਨ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਐਸਟੈਬਲਿਸ਼ ਹੋ ਜਾਂਦੀ ਹੈ, ਸਥਾਪਿਤ ਹੋ ਜਾਂਦੀ ਹੈ। ਇਸ ਤੋਂ ਪਿੱਛੇ ਇਹਨਾਂ ਬਿਮਾਰੀਆਂ ਦਾ ਇਤਿਹਾਸ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਦਾ ਤੇ ਫਿਰ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮਲੇਰੀਆ ਜਿਹੜਾ ਹੈ ਉਹਦੇ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਉਹ ਮਾਰੇ ਜਾਂਦੇ ਆ। 122 ਲੋਕ ਜਿਹੜੇ ਨੇ ਪਰ 1000 ਦੇ ਪਿੱਛੇ ਜਿਹੜੀਆਂ ਉਹਨਾਂ ਦੀ ਮੌਤਾਂ ਹੁੰਦੀਆਂ ਨੇ। ਫਿਰ ਇਸੇ ਤਰ੍ਹਾਂ ਹੀ ਸਮਾਲ ਪੋਕਸ ਜਿਹਨੂੰ ਆਪਾਂ ਸੀਤਲਾ ਬਿਮਾਰੀ ਵੀ ਕਹਿੰਦੇ ਆ ਤੋ ਇਹਦੇ ਨਾਲ ਹੈਜੇ ਦੀ ਬਿਮਾਰੀ। ਸੋ ਇਸ ਤਰ੍ਹਾਂ ਦੇ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਸਾਨੂੰ ਬ੍ਰਿਟਿਸ਼ ਟੱਚ ਦੇ ਨਾਲ ਜਿਹੜੀਆਂ ਨੇ ਉਹ ਅਸੀਂ ਜੋੜਦੇ ਹਾਂ ਇਹਨੂੰ ਕਿਉਂਕਿ ਕਮਿਊਨੀਕੇਸ਼ਨ ਜਿਹੜੀ ਹੈ ਉਹ ਵੱਧ ਜਾਂਦੀ ਹੈ। ਸੋਲਜਰਸ ਦਾ ਆਉਣਾ ਜਾਣਾ ਔਰ ਸਾਡਾ ਕਿਤੇ ਨਾ ਕਿਤੇ ਬ੍ਰਿਟਿਸ਼ ਦੇ ਨਾਲ ਬ੍ਰਿਟਿਸ਼ ਜਿਹੜਾ ਉਹਨਾਂ ਦੇ ਰੂਲ ਦੇ ਨਾਲ ਇੰਡੀਅਨ ਦਾ ਐਕਸਪਲੋਇਟੇਸ਼ਨ ਜਿਹੜਾ ਉਹ ਕਿਤੇ ਨਾ ਕਿਤੇ ਬੜਾ ਡੂੰਘਾ ਸੰਬੰਧ ਰੱਖਦਾ ਇਹਦੇ ਨਾਲ। ਮਤਲਬ ਐਕਸਪਲੋਇਟੇਸ਼ਨ ਸਾਡਾ ਇੰਡੀਅਨਸ ਦਾ ਉਸ ਟਾਈਮ ਕਿਸ ਤਰ੍ਹਾਂ ਤੁਸੀਂ ਕਰਦੇ ਹੋ? ਇਨਕਮ ਦੇ ਰੂਪ ਦੇ ਵਿੱਚ, ਕੰਮਕਾਰ ਦੇ ਰੂਪ ਦੇ ਵਿੱਚ? ਜੀ 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 ਜਿਸ ਤਰ੍ਹਾਂ ਡਰੇਨ ਆਫ ਵੈਲਥ ਹੁੰਦੀ ਹੈ ਆਮ ਲੋਕ ਜਿਹੜੇ ਨੇ ਉਹ ਕਰਜ਼ਾਈ ਹੋ ਜਾਂਦੇ ਨੇ, ਉਹਨਾਂ ਦੀ ਵੇਜਸ ਜਿਹੜੀਆਂ ਨੇ ਉਹ ਘੱਟ ਜਾਂਦੀਆਂ ਨੇ ਤੋ ਮਾਲ ਨਿਊਟ੍ਰੀਸ਼ਨ ਹੈ, ਖਾਣਾ ਉਹਨਾਂ ਨੂੰ ਪੂਰੀ ਡਾਈਟ ਨਹੀਂ ਮਿਲਦੀ, ਹਾਈਜੀਨਿਕ ਲਾਈਫ ਨਹੀਂ ਹੈਗੀ ਉਹਨਾਂ ਦੀ। ਸੋ ਬਿਮਾਰੀਆਂ ਦੇ ਵੱਲ ਉਹ ਜ਼ਿਆਦਾ ਜਿਹੜੇ ਨੇ ਉਹ ਗਤੀ ਤੇਜ਼ ਹੋ ਜਾਂਦੀ ਹੈ। ਉਸੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਉਸ ਸਮੇਂ ਪ੍ਰਿੰਸਲੀ ਸਟੇਟ ਸੀਗੀਆਂ ਜਾਂ ਉਸ ਸਮੇਂ ਸਾਡੇ ਲੋਕਲ ਰੂਲਰ ਸੀਗੇ ਜਾਂ ਮੈਡੀਵਲ ਦੇ ਵਿੱਚ ਅਸੀਂ ਜਿਵੇਂ ਰਾਜਿਆਂ ਦੇ ਅਧੀਨ ਸੀਗੇ ਤਾਂ ਉਹ ਕਿਤੇ ਨਾ ਕਿਤੇ ਸਾਡੇ ਇੰਡੀਅਨ ਲੋਕਾਂ ਦੇ ਬਾਰੇ ਸੋਚਦੇ ਸੀਗੇ। ਲੇਕਿਨ ਬ੍ਰਿਟਿਸ਼ ਇੱਕ ਫੋਰਨ ਕੰਟਰੀ ਤੋਂ ਆਏ ਹੋਏ ਇਨਲਾਈਨ ਰੂਲਰ ਸੀਗੇ
ਤੇ ਉਹਨਾਂ ਦੇ ਪ੍ਰਾਇਮਰੀ ਆਪਣੇ ਟਾਸਕ ਜਿਹੜੇ ਆਪਣੇ ਉਹਨਾਂ ਦੇ ਗੋਲ ਨੇ ਉਹ ਆਪਣੇ ਦੇਸ਼ ਨਾਲ ਜੁੜੇ ਹੋਏ ਸੀਗੇ, ਜਿਹਦੇ ਕਰਕੇ ਉਹਨਾਂ ਨੇ ਕਦੀ ਵੀ ਇੱਥੋਂ ਦੇ ਲੋਕਾਂ ਦੀ ਸਿਹਤ ਤੇ ਸਫਾਈ ਵੱਲ ਜਿਹੜਾ ਜ਼ਿਆਦਾ ਧਿਆਨ ਨਹੀਂ ਦਿੱਤਾ। ਉਹਨਾਂ ਦਾ ਪ੍ਰਾਇਮਰੀ ਟਾਸਕ ਇੱਥੋਂ ਪੈਸਾ ਕਲੈਕਟ ਕਰਨਾ ਸੀਗਾ। ਸੋ ਡਰੇਨ ਆਫ ਵੈਲਥ ਕਿਸੇ ਤਰੀਕੇ ਨਾਲ ਵੀ ਪੈਸਾ ਜਿਹੜਾ ਹੈ ਉਹਨੂੰ ਆਪਣੇ ਵਾਪਸ ਦੇਸ਼ ਵਿੱਚ ਲੈ ਜਾਣ ਕਰਕੇ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਜਨਜੀਵਨ ਜਿਹੜਾ ਉਹ ਮਾੜਾ ਹੋ ਜਾਂਦਾ ਹੈ। ਤੇ ਉਸ ਟਾਈਮ ਸਫਾਈ ਦੀ ਅਸੀਂ ਜੇ ਗੱਲ ਕਰਦੇ, ਦੇਖੋ ਅੱਜ ਅਸੀਂ ਕੋਵਿਡ ਨੂੰ ਫੇਸ ਕੀਤਾ ਔਰ ਇਸ ਦੇ ਵਿੱਚ ਬਹੁਤ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਜੀ, ਬਹੁਤ ਲੋਕਾਂ ਦੇ ਸਰੀਰਾਂ ਦੇ ਉੱਤੇ ਇੱਦਾਂ ਦੇ ਇਫੈਕਟਸ ਪੈ ਗਏ, ਕਈਆਂ ਦੀ ਵੌਇਸ ਦੇ ਉੱਤੇ ਪੈ ਗਿਆ, ਕਈਆਂ ਦੇ ਸਰੀਰ ਦੇ ਕਿਸੇ ਨਾ ਕਿਸੇ ਅੰਗ ਦੇ ਉੱਤੇ ਪੈ ਗਿਆ ਜੀ। ਕਿਆ ਅਸੀਂ ਜੇ ਅੱਜ ਧਿਆਨ ਇਸ ਚੀਜ਼ ਵੱਲ ਧਿਆਨ ਦਈਏ, ਤੁਹਾਨੂੰ ਲੱਗਦਾ ਕਿ ਅੱਜ ਵੀ ਸਾਡੇ ਆਲੇ ਦੁਆਲੇ ਦੇ ਵਿੱਚ ਸਫਾਈ ਦੀ ਕਿਤੇ ਨਾ ਕਿਤੇ ਕਮੀ ਹੈਗੀ ਹੈ? ਹਾਂਜੀ ਬਿਲਕੁਲ। ਦੇਖੋ ਸਫਾਈ ਅਗਰ ਅਸੀਂ ਆਪਣੇ ਆਪ ਦੀ ਸਫਾਈ ਰੱਖਦੇ ਹਾਂ, ਅਸੀਂ ਆਪਣੇ ਘਰ ਦੀ ਸਫਾਈ ਰੱਖਦੇ ਹਾਂ, ਅਸੀਂ ਆਪਣੇ ਆਸ-ਪਾਸ ਗਲੀ ਮੁਹੱਲੇ ਨੂੰ ਸਾਫ਼ ਸੁਥਰਾ ਰੱਖਦੇ ਹਾਂ, ਤਾਂ ਮੈਨੂੰ ਲੱਗਦਾ ਕਾਫੀ ਹੱਦ ਤੱਕ ਅਸੀਂ ਬਿਮਾਰੀਆਂ ਨੂੰ ਕੰਟਰੋਲ ਕਰ ਸਕਦੇ ਹਾਂ। ਉਹਦੇ ਹੀ ਕੰਪੈਰੀਟਿਵ ਅਗਰ ਅਸੀਂ ਅਨਹਾਈਜੀਨਿਕ ਕੰਡੀਸ਼ਨਸ ਨਹੀਂ ਹੋਣਗੀਆਂ ਤਾਂ ਨੈਚੁਰਲੀ ਉਹਦੇ ਨਾਲ ਜਿਹੜੀ ਇਹ ਅੱਜ ਜਿਵੇਂ ਕੋਵਿਡ ਫੈਲਿਆ, ਇਸ ਤਰ੍ਹਾਂ ਦੇ ਬੈਕਟੀਰੀਆ ਜਿਹੜੇ ਉਹ ਫਿਊਚਰ ਵੀ ਫੈਲਦੇ ਰਹਿਣਗੇ, ਤਾਂ ਉਹਦੇ ਨਾਲ ਬਾਕੀ ਸਭ ਦੇ ਲਈ ਵੀ ਜਿਹੜਾ ਮੁਸੀਬਤ ਜਿਹੜੀ ਉਹ ਬਣੀ ਰਹੇਗੀ। ਮੈਂ ਤੁਹਾਡਾ ਟੌਪਿਕ ਦੇ ਬਾਰੇ ਕੁਝ ਕੁਐਸਚਨ ਮੈਂ ਦੇਖਦਾ ਪਿਆ ਸੀਗਾ ਜੀ, ਇਹਦੇ ਵਿੱਚ ਤੁਸੀਂ ਜ਼ਿਆਦਾ ਜ਼ਿਕਰ ਕੀਤਾ ਪਲੇਗ ਦਾ, ਵੀ ਜਦੋਂ ਪਲੇਗ ਫੈਲਿਆ ਸੀਗਾ। ਹਾਂਜੀ, ਪਲੇਗ ਤੋਂ ਪਹਿਲਾਂ ਵੀ ਕੋਈ ਹਿੰਦੁਸਤਾਨ ਦੇ ਵਿੱਚ ਬਿਮਾਰੀ ਇਦਾਂ ਦੀ ਫੈਲੀ, ਜਾਂ ਪਲੇਗ ਜਦੋਂ ਆਇਆ ਸੀਗਾ 1897 ਦੇ ਵਿੱਚ ਆਇਆ ਸੀਗਾ ਤੇ ਮੇਰੇ ਖਿਆਲ 1920 ਤੱਕ ਰਿਹਾ, ਉਸ ਤੋਂ ਪਹਿਲਾਂ ਵੀ ਕੋਈ ਇਹਦੇ ਨਾਲ ਰਲਦੀ ਮਿਲਦੀ ਕੋਈ ਬਿਮਾਰੀ ਫੈਲੀ ਸੀਗੀ ਕਿਸੇ ਟਾਈਮ? ਹਾਂਜੀ, ਅਸਲ ਦੇ ਵਿੱਚ ਪਲੇਗ ਦੀ ਪਹਿਲੀ ਰੈਫਰੈਂਸ ਜਿਹੜੀ ਹੈਗੀ ਹੈ ਉਹ 1618 ਦੇ ਵਿੱਚ ਮਿਲਦੀ ਹੈ, ਜਹਾਂਗੀਰ ਦੇ ਟਾਈਮ ਦੇ ਉੱਪਰ ਤੁਜਕੇ ਜਹਾਂਗੀਰੀ ਦੇ ਵਿੱਚ ਉਹਨਾਂ ਦੀ ਰੈਫਰੈਂਸ ਮਿਲਦੀ ਹੈ ਕਿ ਆਗਰਾ ਤੁਜਕੇ ਜਹਾਂਗੀਰੀ ਉਹਨਾਂ ਦਾ ਹਿਸਟੋਰੀਕਲ ਰਾਈਟਿੰਗ ਹੈ। ਅੱਛਾ ਜੀ। ਤੇ ਉਹਦੇ ਵਿੱਚ ਇਨਫੋਰਮੇਸ਼ਨ ਮਿਲਦੀ ਹੈ ਕਿ ਆਗਰਾ ਦੇ ਆਸ-ਪਾਸ ਚੂਹੇ ਜਿਹੜੇ ਨੇ ਉਹ ਮਰਨੇ ਸ਼ੁਰੂ ਹੋ ਗਏ ਸੀਗੇ, ਸੋ ਇਹ ਇੱਕ ਇੰਡੀਕੇਸ਼ਨ ਸੀਗੀ, ਸੰਕੇਤ ਹੈ ਕਿ ਜਿਹੜੀ ਪਲੇਗ ਹੈ ਉਸ ਸਮੇਂ ਫੈਲੀ ਹੋਏਗੀ। ਤਾਂ ਇਹਦਾ ਜ਼ਿਕਰ ਜਿਹੜਾ ਤੁਜਕੇ ਜਹਾਂਗੀਰੀ ਦੇ ਵਿੱਚ ਜਿਹੜਾ ਉਹ ਮਿਲਦਾ ਹੈ। ਠੀਕ ਹੈ ਜੀ। ਤੇ ਜੇ ਤੁਸੀਂ ਦੂਸਰੀ ਡਿਜ਼ੀਜ਼ ਦੀ ਆਪਾਂ ਗੱਲ ਕਰਦੇ ਹਾਂ ਤੇ ਇਨਫਲੂਐਂਜ਼ਾ ਜਿਹੜਾ ਹੈ ਜਿਹਨੂੰ ਆਪਾਂ ਸਪੈਨਿਸ਼ ਫਲੂ ਵੀ ਕਹਿੰਦੇ ਹਾਂ, ਸੋ ਉਹਦੀਆਂ ਰੈਫਰੈਂਸਿਸ ਜਿਹੜੀਆਂ ਨੇ ਉਹ ਮਿਲਦੀਆਂ ਨੇ 1803 ਦੇ ਵਿੱਚ, 1830 ਚ, 1833 ਚ, 40 ਚ, 1890 ਚ, ਫਿਰ ਦੈਨ 1918 ਦੇ ਵਿੱਚ ਜਿਹੜੀਆਂ ਅਸੀਂ ਉਹਨੂੰ ਦੇਖਦੇ ਹਾਂ। ਪਲੇਗ ਦੀ ਅਸੀਂ ਅਗਰ ਗੱਲ ਕਰਦੇ ਹਾਂ ਤਾਂ ਪਲੇਗ 1897 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਜਿਹਦੇ ਸਾਨੂੰ ਪੂਰਾ ਰਿਕਾਰਡ ਮਿਲਦਾ ਹਿਸਟਰੀ ਦੇ ਵਿੱਚ, ਬ੍ਰਿਟਿਸ਼ ਦੇ ਟਾਈਮ ਦੇ ਵਿੱਚ, ਉਹ ਸਾਨੂੰ 1897 ਦੇ ਵਿੱਚ ਮਿਲਦਾ, ਜਿਹੜਾ ਕਿ ਸਭ ਤੋਂ ਪਹਿਲੇ ਜਲੰਧਰ ਦੇ ਵਿੱਚ ਫੈਲਦੀ ਹੈ। ਜਲੰਧਰ ਦੇ ਕਿਹੜੇ ਇਲਾਕੇ ਦੇ ਵਿੱਚ? ਜਲੰਧਰ ਦੇ ਵਿੱਚ ਇੱਕ ਖਟਕੜ ਕਲਾਂ ਉਸ ਸਮੇਂ ਪਿੰਡ ਹੈ, ਉਹਦੇ ਵਿੱਚ ਡਿਜ਼ੀਜ਼ ਬਿਮਾਰੀ ਜਿਹੜੀ ਹੈ ਫੈਲਦੀ ਹੈ। ਖਟਕੜ ਕਲਾਂ? ਹਾਂਜੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦਾ ਪਿੰਡ? ਜੀ 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 ਜੀ। ਉਹ ਤਾਂ ਅੱਜਕੱਲ ਨਵਾਂ ਸ਼ਹਿਰ ਚ ਪੈਂਦਾ ਹੈ। ਹਾਂਜੀ, ਉਸ ਸਮੇਂ ਜਲੰਧਰ ਡਿਵੀਜ਼ਨ ਦੇ ਅੰਡਰ ਸੀਗਾ। ਠੀਕ ਹੈ ਜੀ। ਤੇ ਉੱਥੇ ਕਿਸ ਤਰ੍ਹਾਂ ਪਤਾ ਲੱਗਾ, ਸਿੰਪਟਮਸ ਕਿੱਦਾਂ ਪਤਾ ਲੱਗੇ? ਹਾਂਜੀ, ਅਸਲ ਦੇ ਵਿੱਚ ਇਹ ਮਾਈਗ੍ਰੇਸ਼ਨ ਹੋਈ ਸੀਗੀ, ਕੋਈ ਪਰਸਨ ਰਾਮ ਸ਼ਰਨ ਨਾਮ ਸੀਗਾ ਉਸਦਾ, ਤੇ ਉਸਦੇ ਫਾਦਰ ਦਾ ਨਾਮ ਸੀਗਾ ਕਿਸ਼ਨ ਚੰਦ। ਅੱਛਾ ਜੀ। ਉਹ ਬ੍ਰਾਹਮਣ ਸੀਗੇ ਪ੍ਰੋਪਰ, ਤੇ ਹਰਿਦੁਆਰ ਜਾਂਦੇ ਹੈ, ਤੇ ਜਦੋਂ ਉੱਥੋਂ ਧਾਰਮਿਕ ਆਪਣੀ ਯਾਤਰਾ ਤੋਂ ਵਾਪਸ ਆਉਂਦੇ ਹੈ ਤੇ ਫਿਰ ਉੱਥੇ ਆਣ ਕੇ ਰਾਹੋਂ ਵੀ ਰੁਕਦੇ ਹੈ, ਤਾਂ ਆਣ ਕੇ ਥੋੜ੍ਹੇ ਦਿਨ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਫਿਰ ਆਸ-ਪਾਸ ਦੇ ਲੋਕ ਜਿਹੜੇ ਨੇ ਹੌਲੀ ਹੌਲੀ ਉਹਨਾਂ ਦੇ ਨਾਲ ਜਿਹੜੇ ਨੇ ਇਸ ਬਿਮਾਰੀ ਦੇ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ 2 ਮਹੀਨੇ ਦੇ ਗੈਪ ਤੋਂ ਬਾਅਦ ਅਰਾਊਂਡ ਅਗਸਤ ਦੇ ਤੱਕ ਜਿਹੜੇ ਨੇ 80 ਜਿਹੜੇ ਕੇਸ ਨੇ ਉਹ ਪਲੇਗ ਦੇ ਆ ਜਾਂਦੇ ਨੇ, ਜਿਹਦੇ ਵਿੱਚ ਇਹਦੇ ਚ 45 ਜਿਹੜੀਆਂ ਮੌਤਾਂ ਹੋ ਜਾਂਦੀਆਂ ਉਸੇ ਪਿੰਡ ਦੀਆਂ ਹੀ? ਹਾਂਜੀ, ਆਸ-ਪਾਸ ਦੀਆਂ, ਖਟਕੜ ਕਲਾਂ ਦੇ ਹਾਂਜੀ ਹਾਂਜੀ ਆਲੇ ਦੁਆਲੇ ਦੀਆਂ ਸਰਾਊਂਡਿੰਗ ਜਿਹੜੇ ਉਹਨਾਂ ਦੇ ਆਸ-ਪਾਸ ਦੇ ਲੋਕ ਸੀਗੇ ਉਹਨਾਂ ਦੀ ਡੈਥ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਬ੍ਰਿਟਿਸ਼ ਫਿਰ ਇਹਦੀ ਇਨਕੁਆਇਰੀ ਕਰਾਉਂਦੇ ਆ ਤੇ ਫਿਰ ਡਿਕਲੇਅਰ ਕੀਤਾ ਜਾਂਦਾ ਕਿ ਪੰਜਾਬ ਦੇ ਵਿੱਚ ਪਲੇਗ ਜਿਹੜੀ ਉਹ ਫੈਲ ਗਈ ਹੈ। ਠੀਕ ਹੈ ਜੀ। ਹਾਂਜੀ। ਉਸ ਤੋਂ ਬਾਅਦ ਫਿਰ ਇਹਨੂੰ ਕੰਟਰੋਲ ਵੀ ਕੀਤਾ ਗਿਆ? ਹਾਂਜੀ, ਇਸ ਨੂੰ ਕੰਟਰੋਲ ਕੀਤਾ ਗਿਆ, ਇਹਦਾ ਡਿਕਲੇਅਰ ਕਰ ਦਿੱਤਾ ਗਿਆ। ਜਿੱਥੇ ਵੀ ਪਲੇਗ ਫੈਲਦੀ ਸੀਗੀ ਗਵਰਨਮੈਂਟ ਆਪਣੀ ਪੋਸਟ ਲਗਾਉਂਦੀ ਸੀਗੀ, ਕਾਰਡਨਸ ਜਿਹੜੇ ਨੇ ਉਹ ਲਗਾਏ ਜਾਂਦੇ ਸੀਗੇ, ਜਿਸ ਤਰ੍ਹਾਂ ਕਿ ਕੋਵਿਡ ਦੇ ਵਿੱਚ ਲਗਾਏ ਗਏ ਨੇ। ਹਾਂਜੀ। ਪਿੰਡਾਂ ਦੇ ਪਿੰਡ ਸੀਲ ਕਰਤੇ ਸੀ, ਕੋਈ ਬਾਹਰੋਂ ਅੰਦਰ ਨਾ ਜਾ ਸਕਦਾ, ਅੰਦਰੋਂ ਬਾਹਰ ਨਹੀਂ ਕੋਈ ਆ ਸਕਦਾ। ਜੀ ਜੀ ਜੀ। ਉਸ ਸਮੇਂ ਕੀ ਕੀਤਾ ਜਾਂਦਾ ਸੀ, ਅਗਰ ਜਦੋਂ ਪਲੇਗ ਫੈਲਦੀ ਸੀਗੀ ਤਾਂ ਪੂਰਾ ਪਿੰਡ ਹੀ ਖਾਲੀ ਕਰਵਾ ਲਿਆ ਜਾਂਦਾ ਸੀਗਾ। ਤੇ ਪਿੰਡਾਂ ਦੇ ਪਿੰਡ? ਹਾਂਜੀ, ਪਿੰਡ ਖਾਲੀ ਕਰਵਾ ਕੇ ਉਹਨਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੋਲਿਆ ਜਾਂਦਾ ਸੀਗਾ ਕਿ ਤੁਸੀਂ ਜ਼ਰੂਰੀ ਸਮਾਨ ਆਪਣਾ ਘਰ ਦਾ ਉਠਾ ਸਕਦੇ ਹੋ ਔਰ ਬਾਹਰ ਜਿਹੜਾ ਖੁੱਲ੍ਹੇ ਏਰੀਆ 'ਚ ਜਾ ਕੇ ਖੇਤਾਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਸ਼ਿਫਟ ਹੋ ਜਾਓ। ਤੇ ਉਹਦੇ ਲਈ ਜਿਹੜਾ ਹੈ ਆਮ ਤੌਰ 'ਤੇ ਲੋਕ ਜਿਹੜੇ ਉਹ ਬਚਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ
ਘਰਾਂ ਦਾ ਸਮਾਨ ਜਿਹੜਾ ਹੈ ਉਹ ਕੀਮਤੀ ਹੈ ਅਤੇ ਉਹ ਜਿਹੜਾ ਬਰਬਾਦ ਹੋ ਸਕਦਾ ਹੈ। ਪਰ ਮੋਸਟਲੀ ਜਿਹੜੀ ਗਵਰਨਮੈਂਟ ਵੱਲੋਂ ਇੰਸਟਰਕਸ਼ਨ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਤੁਸੀਂ ਬਾਹਰ ਜਿਹੜਾ ਹੈ 24 ਦਿਨ ਜਾਂ 30 ਦਿਨ ਜਿਹੜੀ ਹੈ ਉਹਦੇ ਪੀਰੀਅਡ ਲਈ ਤੁਸੀਂ ਬਾਹਰ ਚਲੇ ਜਾਓ, ਅਤੇ ਪਿੰਡਾਂ ਦੇ ਵਿੱਚ ਆਉਣ ਤੋਂ ਮਨਾਹੀ ਕਰ ਦਿੱਤੀ ਜਾਂਦੀ ਹੈ। ਯਾਨੀ ਕਿ ਮਤਲਬ ਜੋ ਅੱਜ ਆਈਸੋਲੇਸ਼ਨ ਦਿੱਤੀ ਗਈ ਹੈ ਸਾਨੂੰ ਲੋਕਾਂ ਨੂੰ ਵੀ ਕੋਵਿਡ ਦੇ ਵਿੱਚ ਜੇ ਤੁਹਾਨੂੰ ਥੋੜੇ ਸਿੰਪਟਮਸ ਨਜ਼ਰ ਆਉਂਦੇ ਨੇ ਜੀ ਤੇ ਤੁਹਾਨੂੰ ਆਈਸੋਲੇਸ਼ਨ ਬਹੁਤ ਜ਼ਰੂਰੀ ਹੈ। ਤੇ ਇਹਦਾ ਮਤਲਬ ਇਤਿਹਾਸ ਦੇ ਵਿੱਚ ਅਸੀਂ ਜਾਈਏ, ਹਾਂਜੀ, ਜੇ ਪਲੇਗ ਵਰਗੀ ਬਿਮਾਰੀ ਫੈਲੀ ਸੀ ਤੇ ਉਸ ਟਾਈਮ ਵੀ ਆਈਸੋਲੇਸ਼ਨ ਦਿੱਤੀ ਜਾਂਦੀ, ਲੇਕਿਨ ਪਰਿਵਾਰਾਂ ਦੇ ਰੂਪ 'ਚ ਦਿੱਤੀ ਜਾਂਦੀ ਸੀ। ਹਾਂਜੀ, ਇਕੱਲੇ ਬੰਦੇ ਨੂੰ ਨਹੀਂ ਅਸਲ ਦੇ ਵਿੱਚ ਅਗਰ ਇੱਕ ਕੇਸ ਫੈਲਦਾ ਹੈ ਤਾਂ ਕੇਸਿਸ ਜਿਹੜੇ ਨੇ ਉਹਦੇ ਜ਼ਿਆਦਾ ਵਧਣ ਦੀ ਤਾਦਾਦ ਜਿਹੜੀ ਉਹ ਹੋ ਸਕਦੀ ਹੈ। ਲੋਕਾਂ ਨੂੰ ਪਿੰਡਾਂ 'ਚ ਕੱਢ ਕੇ ਖੇਤਾਂ 'ਚ ਭੇਜ ਦਿੰਦੇ ਸੀਗੇ। ਹਾਂਜੀ, ਉੱਥੇ ਆਰਟੀਫਿਸ਼ੀਅਲ ਜਿਹੜੇ ਹੱਟ ਹੈ ਉਸ ਸਮੇਂ ਬਣਾਏ ਜਾਂਦੇ ਸੀਗੇ, ਹੌਸਪੀਟਲਸ ਬਣਾਏ ਜਾਂਦੇ ਸੀਗੇ, ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਸੀਗਾ। ਅਗਰ ਅਲੱਗ-ਅਲੱਗ ਕਮਿਊਨਿਟੀਜ਼ ਦੇ ਲੋਕ ਨੇ ਤਾਂ ਉਹਨਾਂ ਨੂੰ ਸੈਗਰੀਗੇਟ ਵੀ ਕੀਤਾ ਜਾਂਦਾ ਸੀ। ਉਹਨਾਂ ਦੇ ਮੁਸਲਿਮਸ ਜਿਹੜੇ ਨੇ ਉਹ ਅਲੱਗ ਤੋਂ ਆਪਣਾ ਹੱਟ ਬਣਾ ਸਕਦੇ ਹੈ। ਉਹਦੇ ਲਈ ਗਵਰਨਮੈਂਟ ਵੀ ਮਦਦ ਕਰਦੀ ਹੈ, ਉਹਦੇ ਲਈ ਆਮ ਲੋਕ ਵੀ ਮਦਦ ਕਰਦੇ ਹੈ, ਤਾਂ ਉਹਨਾਂ ਨੂੰ ਬਾਹਰ ਰਹਿਣ ਦੀ ਜਿਹੜੀਆਂ ਹਦਾਇਤਾਂ ਉਹ ਦਿੱਤੀਆਂ ਜਾਂਦੀਆਂ। ਯਾਨੀ ਕਿ ਹਰ ਕਮਿਊਨਿਟੀ ਨੂੰ ਇੱਕ ਵੱਖਰਾ ਅੰਗਰੇਜ਼ਾਂ ਦੇ ਵੇਲੇ ਇਹ ਦਿੱਤਾ ਜਾਂਦਾ ਸੀ ਵੀ ਜਿਹੜੇ ਪਰਟੀਕੂਲਰ ਕਮਿਊਨਿਟੀ ਪਰਟੀਕੂਲਰ ਰਿਲੀਜਨ ਦੇ ਲੋਕ ਹੈ ਉਹ ਉੱਥੇ ਬਣਾ ਲੈਣ, ਉਹ ਉੱਥੇ ਬਣਾ, ਇਸ ਤਰੀਕੇ ਜੀ ਜੋ ਉਸ ਟਾਈਮ ਡਿਸਕ੍ਰਿਮੀਨੇਸ਼ਨ ਚੱਲਦਾ ਸੀਗਾ ਸਮਾਜ ਦੇ ਵਿੱਚ, ਜਾਂ ਇੱਕ ਕਾਸਟ ਸਿਸਟਮ ਚੱਲਦਾ ਸੀਗਾ। ਤੇ ਤੁਹਾਨੂੰ ਨਹੀਂ ਲੱਗਦਾ ਡਾਕਟਰ ਸਾਹਿਬ ਜੇ ਉਸ ਟਾਈਮ ਦੇ ਵਿੱਚ ਜਿੱਦਾਂ ਆਈਸੋਲੇਸ਼ਨ ਦਿੱਤੀ ਜਾਂਦੀ ਸੀ, ਕੋਵਿਡ ਦੇ ਵਿੱਚ ਵੀ ਆਈਸੋਲੇਸ਼ਨ ਦਿੱਤੀ ਗਈ ਆ, ਇਹਨਾਂ ਦੋਨਾਂ ਦੇ ਵਿੱਚ ਤੁਸੀਂ ਬੈਲੈਂਸ ਕਿੱਦਾਂ ਕਰਕੇ ਚੱਲਦੇ ਹੋ, ਕਿੱਦਾਂ ਸਿਮਿਲੈਰਿਟੀਜ਼ ਕੀ ਨੇ ਇਹਦੇ ਵਿੱਚ? ਹਾਂਜੀ, ਜਿਹੜਾ ਕੋਵਿਡ ਦੇ ਟਾਈਮ ਦੇ ਆਪਾਂ ਪਿੰਡਾਂ ਦੇ ਵਿੱਚ ਆਉਣਾ ਜਾਣਾ ਅਸੀਂ ਬੰਦ ਕਰ ਦਿੰਦੇ ਹਾਂ, ਸੀਲ ਕਰ ਦਿੰਦੇ ਹਾਂ, ਲੇਕਿਨ ਕੀਤਾ ਸੀਗਾ ਪਿੱਛੇ ਹੁਣ ਤੱਕ ਕਰਨ ਦੀ ਲੋੜ ਨਹੀਂ, ਤੁਸੀਂ ਨਿਕਲ ਗਏ ਸੀ ਇਸ ਤੋਂ ਬਾਅਦ। ਤਾਂ ਪਲੇਗ ਦੇ ਟਾਈਮ ਦਾ ਤਾਂ ਅਸੀਂ ਪਿੰਡ ਬਿਲਕੁਲ ਹੀ ਖਾਲੀ ਕਰਵਾ ਦਿੰਦੇ ਹਾਂ, ਅਸੀਂ ਉਹਨਾਂ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ। ਐਕਚੁਅਲੀ ਜਿਹੜੇ ਘਰ ਨੇ ਉਹ ਜਿਹੜੀਆਂ ਛੱਤਾਂ ਨੇ, ਜਿਹੜਾ ਸਮਾਨ ਹੈ ਉਹ ਕਿਤੇ ਨਾ ਕਿਤੇ ਇਨਫੈਕਟਡ ਹੋ ਜਾਂਦੇ ਆ, ਤੇ ਉਹਦੇ ਵਿੱਚ ਬੈਕਟੀਰੀਆ ਹੋਣ ਦਾ ਜਿਹੜੀ ਹੈ ਉਹ ਬੜੀ ਆਸ ਹੁੰਦੀ ਹੈ। ਸੋ ਬੈਕਟੀਰੀਆ ਨੂੰ ਮਾਰਨ ਵਾਸਤੇ ਪਿੰਡਾਂ ਨੂੰ ਖਾਲੀ ਕਰਵਾਇਆ ਜਾਂਦਾ। ਔਰ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਇਨਫੈਕਸ਼ਨ ਹੈ ਇਹ ਚੂਹਿਆਂ ਦੇ ਵੱਲੋਂ ਫੈਲਦੀ ਹੈ, ਤਾਂ ਚੂਹੇ ਜਿੱਦਾਂ ਮਾਈਗ੍ਰੇਟ ਕਰਦੇ ਆ ਇੱਕ ਘਰ ਤੋਂ ਦੂਸਰੇ ਘਰ ਦੇ ਵਿੱਚ, ਤੇ ਉਹ ਇਨਫੈਕਸ਼ਨ ਜਿਹੜੀ ਉਹ ਫਿਰ ਬੜੀ ਜਲਦੀ ਫੈਲ ਜਾਂਦੀ ਹੈ। ਸੋ ਕੋਵਿਡ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈ। ਕੋਵਿਡ ਜਿੱਦਾਂ ਨਹੀਂ ਸੀ ਹੈਗਾ। ਅੱਛਾ, ਚੂਹਿਆਂ ਤੋਂ ਇਨਫੈਕਸ਼ਨ ਕਿੱਦਾਂ ਫੈਲਦੀ ਸੀ? ਮਤਲਬ ਉਹ ਕਿਸੇ ਨੂੰ ਉਹਦਾ ਖਾਣਾ ਇਨਫੈਕਟ ਕਰ ਦਿੰਦੇ ਸੀ, ਕਿੱਦਾਂ ਹੁੰਦਾ ਸੀਗਾ? ਹਾਂਜੀ, ਅਸਲ ਦੇ ਵਿੱਚ ਇਹ ਬੈਕਟੀਰੀਆ ਹੈ। ਬੈਕਟੀਰੀਆ ਜਿਹੜਾ ਪੈਫੀਫਰ ਬੈਕੀਲਸ ਜਿਹਨੂੰ ਆਪਾਂ ਬੋਲਦੇ ਹਾਂ, ਇਹ ਰੈਟ ਫਲੀਜ਼ ਹੁੰਦੇ ਨੇ ਜਿਹਨੂੰ ਆਪਾਂ ਪਿਸਤੂ ਵੀ ਕਹਿੰਦੇ ਹਾਂ, ਚੂਹਿਆਂ ਦੇ ਉੱਪਰ ਬੈਠਣ ਵਾਲੇ। ਹਾਂਜੀ, ਉਹਨਾਂ ਦਾ ਇਹ ਬਲੱਡ ਜਦੋਂ ਉਹਨੂੰ ਚੂਸਦੇ ਆ ਤੇ ਇਨਫੈਕਸ਼ਨ ਜਿਹੜੀ ਉਹ ਚੂਹਿਆਂ ਦੇ ਵਿੱਚ ਚਲੀ ਜਾਂਦੀ ਹੈ। ਓਕੇ। ਤੇ ਚੂਹਿਆਂ ਦੇ ਜਦੋਂ ਚੂਹੇ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਇਹ ਜਿਹੜੇ ਰੈਟ ਫਲੀਜ਼ ਨੇ ਆਲਰੇਡੀ ਐਕਟਿਵ ਹੋ ਚੁੱਕੇ ਆ, ਉਹਨਾਂ ਦੇ ਵਿੱਚ ਉਹ ਇਨਫੈਕਸ਼ਨ ਆ ਚੁੱਕੀ ਹੈ, ਤੇ ਹੁਣ ਇਹ ਆਪਣੇ ਆਸ-ਪਾਸ ਜਿਹੜੇ ਵੀ, ਚਾਹੇ ਉਹ ਕੋਈ ਇਨਸਾਨ ਹੈ ਚਾਹੇ ਉਹ ਚੂਹਾ ਹੈ, ਉਸ ਨੂੰ ਉਹਦੇ ਉੱਪਰ ਆਪਣਾ ਅਟੈਕ ਕਰ ਦਿੰਦੇ। ਕੱਪੜੇ ਵੀ ਪਏ ਹੋਣਗੇ, ਭਾਂਡੇ ਵੀ ਪਏ ਹੋਣਗੇ। ਹਾਂਜੀ, ਕੱਪੜਿਆਂ ਤੋਂ ਵੀ ਇਨਫੈਕਸ਼ਨ ਫੈਲ ਜਾਂਦੀ ਸੀਗੀ ਉਸ ਸਮੇਂ। ਕੱਪੜੇ ਵੀ ਕਿਸੇ ਦੇ ਅਗਰ ਕੋਈ ਪੇਸ਼ੈਂਟ ਹੈ ਤੇ ਉਹਦੇ ਦੇਣੇ ਜਿਹੜੇ ਉਹ ਠੀਕ ਨਹੀਂ, ਉਹ ਤੋਂ ਇਨਫੈਕਸ਼ਨ ਹੋਣ ਦੇ ਬੜੇ ਚਾਂਸਸ ਸੀਗੇ। ਇਸ ਤੋਂ ਇਲਾਵਾ ਗ੍ਰੇਨਸ, ਜਿਹੜੇ ਅਨਾਜ ਘਰਾਂ ਦੇ ਵਿੱਚ ਆਮ ਤੌਰ 'ਤੇ ਸਟੋਰੇਜ ਕੀਤੀ ਜਾਂਦੀ ਸੀਗੀ, ਭੜੋਲੀਆਂ ਬਣਾਈਆਂ ਜਾਂਦੀਆਂ ਸੀਗੀਆਂ ਉਸ ਟਾਈਮ ਦੇ ਵਿੱਚ, ਤਾਂ ਚੂਹੇ ਅਗਰ ਇਨਫੈਕਟਡ ਨੇ ਉਸ ਸਮੇਂ, ਉਹਨਾਂ ਨੂੰ ਪਲੇਗ ਹੈਗੀ ਹੈ, ਤਾਂ ਚੂਹਿਆਂ ਜਿੱਦਾਂ ਉਹ ਅਨਾਜ ਨੂੰ ਖਾਂਦੇ ਸੀਗੇ ਤੇ ਉਹਦੇ ਨਾਲ ਵੀ ਇਨਫੈਕਸ਼ਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਸੀਗੀ, ਘਰਾਂ ਦੇ ਵਿੱਚ ਵੀ ਫੈਲਦੀ ਸੀਗੀ। ਚੂਹੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿੱਦਾਂ ਮੂਵ ਕਰਦੇ ਆ। ਈਵਨ ਗੋਦਾਮ ਜਿਹੜੇ ਨੇ ਉਸ ਸਮੇਂ ਅਨਾਜ ਦੇ ਭੰਡਾਰ ਨੇ, ਉਹਨਾਂ ਤੋਂ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਬੜੀ ਜਲਦੀ। ਹਾਂਜੀ, ਯਾਨੀ ਕਿ ਇੱਥੇ ਆਪਣੇ ਦਰਸ਼ਕਾਂ ਨਾਲ ਗੱਲ ਕਰ ਰਹੀ ਅਸੀਂ, ਮਤਲਬ ਜੋ ਡਾਕਟਰ ਸਾਹਿਬ ਤੋਂ ਪਤਾ ਲੱਗਦਾ ਕਿ ਚਾਹੇ ਬਿਮਾਰੀ ਅੱਜ ਚੱਲ ਰਹੀ ਹੈ, ਚਾਹੇ ਅਸੀਂ ਇਹਨਾਂ ਬਿਮਾਰੀਆਂ ਦਾ ਇਤਿਹਾਸ ਦੇਖੀਏ, ਸਮੇਂ ਦੇ ਉੱਤੇ ਜਿਹੜੀਆਂ ਮਹਾਮਾਰੀਆਂ ਇਤਿਹਾਸ ਦੇ ਵਿੱਚ ਹੋਈਆਂ ਨੇ ਬੀਤੇ ਸਮੇਂ ਦੇ ਵਿੱਚ, ਕਿਤੇ ਨਾ ਕਿਤੇ ਉਹਦਾ ਸੰਬੰਧ ਸਫਾਈ ਨਾਲ ਜ਼ਰੂਰ ਹੈ, ਕਿਤੇ ਨਾ ਕਿਤੇ ਇੱਕ ਦੂਜੇ ਨੂੰ ਟੱਚ ਕਰਨ ਵਾਲੀਆਂ ਜਿਹੜੀਆਂ ਅਸੀਂ ਗੱਲ ਦੇ ਕਿਸੇ ਦਾ ਹਾਲ ਚਾਲ ਪੁੱਛਣ ਆਇਆ, ਉਸ ਨਾਲ ਗੱਲਬਾਤ ਕਰਦੇ ਹਾਂ ਜੀ, ਕਿਸੇ ਦੇ ਕੱਪੜੇ ਨੂੰ ਟੱਚ ਕਰ ਦਿੱਤਾ, ਯਾਨੀ ਕਿ ਇਹ ਜਿਹੜੀ ਬਿਮਾਰੀਆਂ, ਇਹ ਇਨਫੈਕਸ਼ਨ ਫੈਲਦੀ ਔਰ ਅੱਜ ਅਸੀਂ ਕੋਵਿਡ ਦੇ ਦੌਰ ਦੇ ਵਿੱਚੋਂ ਨਿਕਲਦੇ ਪਏ ਹਾਂ, ਔਰ ਅਸੀਂ ਦੇਖਿਆ ਕਿੰਨੇ ਲੋਕਾਂ ਨੇ ਆਪਣੇ ਜੀਵਨ ਨੂੰ, ਮਤਲਬ ਕਈ ਆਪਣੇ ਜੀਵਨ ਤੋਂ ਹੀ ਅਲਵਿਦਾ ਕਹਿ ਚੁੱਕੇ ਨੇ, ਔਰ ਕਿਤੇ ਨਾ ਕਿਤੇ ਅਸੀਂ ਇਸ ਬਿਮਾਰੀਆਂ ਦੇ ਵਿੱਚ ਇਹ ਚੀਜ਼ ਵੱਲ ਜਾਂਦੇ ਹਾਂ ਕਿ ਚਾਹੇ ਇਤਿਹਾਸ ਹੋਵੇ ਚਾਹੇ ਵਰਤਮਾਨ ਹੋਵੇ, ਸਫਾਈ ਦਾ ਬਹੁਤ ਅਹਿਮ ਯੋਗਦਾਨ ਹੈ। ਔਰ ਭਾਰਤ ਸਰਕਾਰ ਸਮੇਂ ਤੇ ਸਵੱਛ ਭਾਰਤ ਅਭਿਆਨ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕਰਦੀ ਹੈ, ਲੋਕਾਂ ਤੱਕ ਸੁਨੇਹਾ ਵੀ ਪਹੁੰਚਾਉਂਦੀ ਹੈ, ਔਰ ਆਪਣੇ ਅਧਿਕਾਰੀਆਂ ਦੇ ਰਾਹੀਂ, ਵੱਖ-ਵੱਖ NGOs ਦੇ ਰਾਹੀਂ ਸਰਕਾਰ ਹਮੇਸ਼ਾ ਇਹੋ ਪ੍ਰਯਤਨ ਕਰਦੀ ਹੈ ਕਿ ਵੱਧ ਤੋਂ ਵੱਧ ਸਫਾਈ ਆਪਣੇ ਆਲੇ ਦੁਆਲੇ ਰੱਖੀ ਜਾਏ, ਤਾਂ ਕਿ ਨਾ ਉਹ ਇਨਫੈਕਸ਼ਨ ਫੈਲੇ
ਔਰ ਨਾ ਹੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਸਾਡੀ ਜੀਵਨ ਵਾਸਤੇ ਘਾਤਕ ਸਾਬਤ ਹੋਣ। ਮੈਂ ਇੱਕ ਮਾੜੀ ਜਿਹੀ ਇੱਥੇ ਗੱਲ ਇਹ ਵੀ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਿ ਕੀ ਜਿੱਦਾਂ ਅੱਜ NGO ਸਾਡੀਆਂ ਮਦਦ ਕਰਦੀਆਂ ਪਈਆਂ ਨੇ, ਹਾਂਜੀ, ਮਤਲਬ ਵੱਖ-ਵੱਖ ਪ੍ਰਾਈਵੇਟ ਅਦਾਰੇ ਸਾਡੀ ਮਦਦ ਕਰਦੇ ਪਏ ਨੇ, ਕਿ ਉਹਨਾਂ ਸਮਿਆਂ ਦੇ ਵਿੱਚ ਵੀ ਕੁਝ ਇੱਦਾਂ ਦੀਆਂ ਸੁਸਾਇਟੀਜ਼ ਜਾਂ ਕੁਝ ਇੱਦਾਂ ਦੀਆਂ ਸਰਕਾਰ ਵੱਲੋਂ ਜਾਂ ਜਿਹੜੀ ਪ੍ਰਿੰਸ ਸਰਕਾਰ ਹੁੰਦੀ ਸੀਗੀ, ਰਾਜਾਂ ਦੀ ਸਰਕਾਰਾਂ ਵੱਲੋਂ ਕੁਝ ਇੱਦਾਂ ਦੇ ਉਪਰਾਲੇ ਕੀਤੇ ਜਾਂਦੇ ਸੀਗੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ? ਹਾਂਜੀ, ਮੈਂ ਇਨਫਲੂਐਂਜ਼ਾ ਦੇ ਟਾਈਮ ਤੋਂ ਗੱਲ ਕਰਨਾ ਚਾਹੂੰਗੀ ਜੀ। ਇਨਫਲੂਐਂਜ਼ਾ ਦੀ ਬਿਮਾਰੀ ਜਿਹੜੀ ਹੈ 1918 ਦੇ ਵਿੱਚ ਆਈ ਸੀਗੀ ਤੇ ਇਮੀਡੀਏਟਲੀ ਉਹਦਾ ਕੋਈ ਵੀ ਇਲਾਜ ਜਿਹੜਾ ਨਹੀਂ ਸੀਗਾ ਔਰ ਗਵਰਨਮੈਂਟ ਨੂੰ ਬੜਾ ਮੁਸ਼ਕਿਲ ਹੋ ਗਿਆ ਸੀਗਾ ਉਸ ਨੂੰ ਸੰਭਾਲਣਾ ਜੀ। ਤਾਂ ਬਹੁਤ ਸਾਰੀਆਂ ਸੁਸਾਇਟੀਜ਼ ਜਿਹੜੀਆਂ ਨੇ ਉਸ ਸਮੇਂ ਸਾਹਮਣੇ ਆਈਆਂ। ਉਹਨਾਂ ਦੇ ਵਿੱਚੋਂ ਕੁਮਾਰ ਸੁਸਾਇਟੀਜ਼ ਹੈ, ਹਿੰਦੂ ਸੇਵਾ ਸੁਸਾਇਟੀ ਸੀਗੀਆਂ। ਇਹਦੇ ਵਿੱਚੋਂ ਜਿਹੜੇ ਹੈ DAV ਜਿਹੜੀਆਂ ਸੰਸਥਾਵਾਂ ਨੇ, ਆਰਿਆ ਸਮਾਜੀ ਨੇ, ਇਹਨਾਂ ਨੇ ਉਸ ਸਮੇਂ ਹਵਨ ਕਰਵਾਏ, ਆਮ ਲੋਕਾਂ ਨੂੰ ਜਿਹੜੀਆਂ ਦਵਾਈਆਂ ਪ੍ਰੋਵਾਈਡ ਕਰਾਈਆਂ। ਮੂਵੇਬਲ ਡਿਸਪੈਂਸਰੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀਗੀਆਂ, ਲੋਕਾਂ ਨੂੰ ਦਵਾਈਆਂ ਘਰ ਦੇ ਘਰ ਡੋਰ ਟੂ ਡੋਰ ਜਿਹੜੀਆਂ ਉਹ ਪ੍ਰੋਵਾਈਡ ਕਰਾਈਆਂ ਗਈਆਂ ਉਸ ਸਮੇਂ ਦੇ ਵਿੱਚ। ਹਾਂਜੀ, ਮਿਲਕ ਪ੍ਰੋਵਾਈਡ ਕਰਾਇਆ ਗਿਆ, ਦੁੱਧ, ਬਿਸਤਰੇ ਪ੍ਰੋਵਾਈਡ ਕਰਵਾਏ ਗਏ, ਕੰਬਲ ਵਗੈਰਾ। ਯਾਨੀ ਕਿ ਉਸ ਟਾਈਮ ਵੀ ਜਿਹੜੀ DAV ਇੰਸਟੀਚਿਊਟ ਸੀਗੇ ਔਰ ਆਰਿਆ ਸਮਾਜ ਇੰਸਟੀਚਿਊਟ ਸੀਗੇ, ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਉਸ ਸਮੇਂ ਵੀ। ਜੀ 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 ਜੀ, ਲੋਨ ਡੋਨੇਸ਼ਨ ਇਕੱਠਾ ਕੀਤਾ ਗਿਆ ਉਸ ਟਾਈਮ ਦੇ ਉੱਪਰ। ਅੱਛਾ ਜੀ। ਹਾਂਜੀ, ਔਰ ਉਹ ਸਾਰਾ ਜਿਹੜਾ ਹੈ ਆਮ ਲੋਕਾਂ ਨੂੰ ਜਿਹੜਾ ਹੈ, ਈਵਨ ਲਾਹੌਰ ਦੀ ਜਿਹੜੀ ਰੈਫਰੈਂਸ ਮੈਨੂੰ ਮਿਲਦੀ ਹੈ ਉਹਦੇ ਵਿੱਚ ਪੂਰੀ ਜਿਹੜਾ ਇੱਕ ਮੁਹੱਲਾ ਹੈ ਉਹਦੇ ਲਈ ਡਾਕਟਰ ਜਿਹੜੇ ਅਰੇਂਜ ਕੀਤੇ ਜਾਂਦੇ ਇਹ ਸਾਰੇ ਡੋਨੇਸ਼ਨ ਤੋਂ। ਇਹ ਸਾਰੇ ਇਤਿਹਾਸਕ ਤੱਥ ਸਾਡੇ ਕੋਲ ਪਏ ਹੋਏ ਨੇ। ਹਾਂਜੀ ਜੀ ਜੀ ਜੀ, ਮਤਲਬ ਵੱਖ-ਵੱਖ ਯੂਨੀਵਰਸਿਟੀ ਦੀਆਂ ਜਾਂ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਜਾਂ ਜਿੱਥੇ ਵੀ ਸਾਨੂੰ ਤੱਥ ਮਿਲ ਜਾਂਦੇ ਨੇ। ਜੀ ਜੀ ਜੀ, ਹਾਂਜੀ। ਤੁਸੀਂ ਇੱਕ ਗੱਲ ਕੀਤੀ ਸੀ ਮਕਾਨਾਂ ਦੇ ਮਕਾਨ ਖਾਲੀ ਕੀਤੇ ਕਰਵਾਏ ਜਾਂਦੇ ਸੀ ਔਰ ਉਸ ਟਾਈਮ ਇੰਨੀ ਜਾਗਰੂਕਤਾ ਹੁੰਦੀ ਨਹੀਂ ਸੀ। ਜੀ ਜੀ, ਕਿ ਉਸ ਸਮੇਂ ਲੋਕਾਂ ਦੇ ਵਿੱਚ ਵਿਦਰੋਹ ਨਹੀਂ ਉੱਠਿਆ ਹੋਏਗਾ ਕਿ ਤੁਸੀਂ ਸਾਡੇ ਮਕਾਨ ਖਾਲੀ ਕਰਾ ਰਹੇ ਹੋ, ਸਾਨੂੰ ਘਰੋਂ ਬਾਹਰ ਕੱਢਦੇ ਪਏ ਹੋ? ਹਾਂਜੀ, ਕੋਈ ਇਦਾਂ ਦੀਆਂ ਘਟਨਾਵਾਂ ਵੀ ਹੋਈਆਂ ਸੀ ਉਸ ਸਮੇਂ? ਹਾਂਜੀ, ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਉਸ ਸਮੇਂ ਹੋਈਆਂ ਸੀ। ਅਸਲ ਦੇ ਵਿੱਚ ਬਿਮਾਰੀਆਂ ਦਾ ਨਾਲ ਕੋਈ ਭਾਰਤੀਆਂ ਦਾ ਇਤਿਹਾਸ ਰਿਹਾ ਨਹੀਂ, ਤੇ ਜਦੋਂ ਬ੍ਰਿਟਿਸ਼ ਦੇ ਟਾਈਮ ਦੇ ਉੱਪਰ ਇਹ ਬਿਮਾਰੀਆਂ ਆਈਆਂ ਤਾਂ ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀਗੀਆਂ। ਤੇ ਇਸ ਦਾ ਇੱਕ ਹੀ ਤਰੀਕਾ ਸੀਗਾ ਕਿ ਇਵੈਕੂਏਸ਼ਨ ਕਰਾਈ ਜਾਵੇ, ਪਿੰਡਾਂ ਨੂੰ ਖਾਲੀ ਕਰਾਇਆ ਜਾਵੇ, ਉਹਨਾਂ ਨੂੰ ਓਪਨ ਏਰੀਆਜ਼ ਦੇ ਵਿੱਚ ਜਿਹੜਾ ਲੋਕਾਂ ਨੂੰ। ਦੱਸ ਚੁੱਕੇ ਮੈਨੂੰ ਉਸ ਟਾਈਮ। ਹਾਂਜੀ, ਤੇ ਲੋਕਾਂ ਦਾ ਉਸ ਟਾਈਮ ਵਿਦਰੋਹ ਵੀ ਹੋਇਆ ਸੀ ਉਸ ਟਾਈਮ ਕਿਸੇ ਪਾਸੇ? ਲੋਕ ਜਦੋਂ ਵੀ ਕੋਈ ਕੇਸ ਪਿੰਡ ਦੇ ਵਿੱਚ ਹੁੰਦਾ ਸੀ ਉਹਨੂੰ ਛੁਪਾਉਂਦੇ ਸੀਗੇ। ਅੱਛਾ, ਲੁਕਾਉਂਦੇ ਸੀਗੇ ਵੀ ਦੱਸਣਾ ਨਹੀਂ ਅਸੀਂ। ਹਾਂਜੀ, ਉਹਨਾਂ ਨੂੰ ਸੀਗਾ ਕਿ ਅਗਰ ਅਸੀਂ ਕੋਈ ਕੇਸ ਸਾਡੇ ਪਿੰਡ ਦਾ ਬਾਹਰ ਆਉਂਦਾ ਹੈ ਤਾਂ ਫਿਰ ਸਾਡਾ ਪਿੰਡ ਖਾਲੀ ਕਰਵਾ ਲਿਆ ਜਾਏਗਾ। ਤਾਂ ਫਿਰ ਇਨਫੋਰਮੇਸ਼ਨ ਜਿਹੜੀ ਉਹਨੂੰ ਹਾਈਡ ਕੀਤਾ ਜਾਂਦਾ ਸੀ। ਈਵਨ ਇਹੋ ਜਿਹੀ ਰੈਫਰੈਂਸ ਵੀ ਮਿਲਦੀਆਂ ਕਿ ਡੈਡ ਬੋਡੀਜ਼ ਜਿਹੜੀਆਂ ਉਹਨਾਂ ਨੂੰ ਵਿਹੜੇ 'ਚ ਦਫਨਾ ਦਿੱਤਾ ਜਾਂਦਾ ਸੀ ਰਾਤ ਨੂੰ ਉਸ ਸਮਿਆਂ ਦੇ ਵਿੱਚ। ਹਾਂਜੀ। ਅੱਛਾ ਜੀ। ਤਾਂ ਇਸ ਤਰ੍ਹਾਂ ਦੀ ਰੈਫਰੈਂਸ ਜਿਹੜੀ ਹੈਗੀ ਉਹ ਗੜ੍ਹ ਸ਼ੰਕਰ ਦੇ ਵਿੱਚ ਵੀ ਮਿਲਦੀ ਹੈ ਕਿ ਗੜ੍ਹ ਸ਼ੰਕਰ ਆਪਣਾ ਹੀ ਹੁਣ ਹੁਸ਼ਿਆਰਪੁਰ ਦੇ ਅੰਡਰ ਹੈ, ਜਿਹੜਾ ਬਲਾਚੌਰ ਗੜ੍ਹ ਸ਼ੰਕਰ ਵਾਲਾ ਪੋਰਸ਼ਨ। ਜੀ ਜੀ ਜੀ, ਤੇ ਇੱਥੇ ਵੀ ਇੱਕ ਜਿਹੜੇ ਦੰਗੇ ਵੀ ਹੋਏ ਸੀਗੇ ਉਸ ਸਮੇਂ। ਹਾਂਜੀ, ਕਿਸ ਚੀਜ਼ ਨੂੰ ਲੈ ਕੇ? ਇਵੈਕੂਏਸ਼ਨ ਨੂੰ ਲੈ ਕੇ, ਪਿੰਡ ਨੂੰ ਖਾਲੀ ਕਰਾਉਣ ਨੂੰ ਲੈ ਕੇ। ਅੱਛਾ ਜੀ। ਹਾਂਜੀ, ਔਰ ਇਹ ਸਾਰੇ ਮਤਲਬ ਡਾਕੂਮੈਂਟੇਸ਼ਨ ਸਾਨੂੰ ਮਿਲਦੀ ਹੈ ਇਤਿਹਾਸ ਦੀ ਹਰ ਇੱਕ ਚੀਜ਼ ਦੀ। ਜੀ ਜੀ। ਤੇ ਡਾਕਟਰ ਸਾਹਿਬ ਉਸ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਤੁਹਾਨੂੰ ਬੁਨਿਆਦੀ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਅੱਜ ਤੇ ਹੁਣ ਅਸੀਂ ਕਹਿੰਦੇ ਸੀ ਬੜੇ ਐਡਵਾਂਸ ਹੋ ਗਏ ਆ ਜੀ, ਸਾਡੇ ਕੋਲ ਸਾਇੰਸ ਦੀਆਂ ਟੈਕਨੀਕਸ ਬੜੀਆਂ ਆ ਗਈਆਂ ਨੇ। ਹਾਂਜੀ, ਈਵਨ ਅਸੀਂ ਹੁਣ ਮੇਰੇ ਖਿਆਲ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਟੀਕਾਕਰਨ ਹੋਇਆ ਵਾ ਕੋਵਿਡ ਵਾਸਤੇ ਉਹ ਹਿੰਦੁਸਤਾਨ ਦੇ ਵਿੱਚ ਹੋਇਆ ਔਰ ਭਾਰਤ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਹੇਠ ਸਭ ਤੋਂ ਵੱਡਾ ਟੀਕਾਕਰਨ ਕੀਤਾ ਗਿਆ। ਹਾਂਜੀ, ਇਹ ਦੁਨੀਆ 'ਚ ਮਿਸਾਲ ਬਣ ਗਈ ਹੈ ਜੀ। ਉਸ ਸਮੇਂ ਦੇ ਵਿੱਚ ਵੀ ਕੀ ਟੀਕੇ ਲੱਗਦੇ ਹੁੰਦੇ ਸੀਗੇ? ਹਾਂਜੀ, ਇਨੋਕੂਲੇਸ਼ਨ ਉਸ ਸਮੇਂ ਵੀ ਇੰਜੈਕਸ਼ਨ ਵੈਕਸੀਨੇਸ਼ਨ ਜਿਹੜੀ ਉਹ ਕਰਵਾਈ ਜਾਂਦੀ ਸੀਗੀ। ਹੈਜੇ ਵਾਲਾ ਇਹ ਇੰਜੈਕਸ਼ਨ ਸੀਗਾ ਜਿਹੜਾ। ਹਾਂਜੀ, ਅੱਛਾ, ਹੈਜਾ ਵੀ ਸੀਗਾ। ਹਾਂਜੀ ਹਾਂਜੀ, ਬਾਅਦ ਵਿੱਚ ਜਿਹੜਾ ਉਹਨੂੰ ਪਲੇਗ ਦੇ ਲਈ ਇਸਤੇਮਾਲ ਕੀਤਾ ਗਿਆ ਸੀਗਾ। ਅੱਛਾ ਜੀ। ਤੇ ਉਹਦੇ ਲਈ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਉਹ ਇੰਜੈਕਸ਼ਨ ਲਗਵਾਉਣ। ਤੇ ਉਹਨਾਂ ਨੂੰ ਲੈ ਕੇ ਆਮ ਤੌਰ 'ਤੇ ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਵਿੱਚ ਬੜਾ ਫਾਸਲਾ ਸੀਗਾ, ਕਿਉਂਕਿ ਬ੍ਰਿਟਿਸ਼ ਜਿਹੜੇ ਨੇ ਉਹਨਾਂ ਦਾ ਜੀਵਨ ਜਾਂਚ ਜਿਹੜੀ ਹੈ, ਉਹਨਾਂ ਦਾ ਕਲਚਰ ਹੈ ਕੁਛ ਹੋਰ ਤਰ੍ਹਾਂ ਦਾ ਸੀਗਾ। ਸੋ ਭਾਰਤੀ ਲੋਕ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਨੇ ਉਹ ਇੰਜੈਕਸ਼ਨ ਨੂੰ, ਬ੍ਰਿਟਿਸ਼ ਨੂੰ ਇਨਫੈਕਟ ਬੜੇ। ਇੱਥੇ ਇੱਕ ਛੋਟਾ ਜਿਹਾ ਸਵਾਲ, ਮੈਂ ਸੌਰੀ ਵਿੱਚ ਮੈਂ ਕੱਟ ਰਿਹਾ ਜੀ, ਕਿ ਉਸ ਸਮੇਂ ਦੇ ਵਿੱਚ ਸਫਾਈ ਉੱਦਾਂ ਨਹੀਂ ਹੁੰਦੀ ਸੀ ਪਿੰਡਾਂ ਸ਼ਹਿਰਾਂ ਦੇ ਵਿੱਚ, ਕਿ ਕੁਛ ਇੱਦਾਂ ਦਾ ਤੱਥ ਮਿਲਦਾ ਕਿ ਗੰਦਗੀ ਫੈਲੀ ਹੁੰਦੀ ਸੀ ਉਸ ਟਾਈਮ?
हाँ जी बिल्कुल, क्योंकि मोस्टली लोग पिंडां 'ਚ ਰਹਿ ਰਹੇ ਹੈ। ਸੀਵਰੇਜ ਦੇ ਕੀ ਕਾਰਨ ਕੀ ਮੰਨਦੇ ਤੁਸੀਂ? ਸੀਵਰੇਜ ਦਾ ਨਾ ਸੀਵਰੇਜ ਹੋਣਾ, ਸਿਸਟਮ ਨਹੀਂ ਹੈ, ਅਰਬਨਾਈਜੇਸ਼ਨ ਨਹੀਂ ਹੈਗੀ ਉਸ ਸਮੇਂ, ਲੋਕ ਸ਼ਹਿਰਾਂ ਦੇ ਪਰ ਵਿੱਚ ਅੱਜ ਬਹੁਤ ਜ਼ਿਆਦਾ ਵਾ। ਹਾਂਜੀ ਪੱਕੇ ਘਰਾਂ 'ਚ ਨਹੀਂ ਰਹਿ ਰਹੇ, ਪਰ ਅੱਜ ਬਹੁਤ ਜ਼ਿਆਦਾ ਤੁਸੀਂ ਐਜੂਕੇਸ਼ਨ ਦੇਖੋ। ਵੀ ਨਹੀਂ ਹੈਗੀ। ਅੱਛਾ, ਇਹ ਉਸ ਟਾਈਮ ਨਹੀਂ ਸੀਗੀ, ਪਰ education ਅੱਜ ਤੁਸੀਂ ਦੇਖੋ ਨਾ, ਅੱਜ ਹਰ ਇੱਕ ਚੀਜ਼ ਹੈਗੀ ਆ। ਇਸ ਦੇ ਬਾਵਜੂਦ ਅੱਜ ਜਿਹੜੀ ਬਿਮਾਰੀ ਹੈ ਜਲਦੀ ਸਾਨੂੰ ਖਿੱਚਦੀ ਹੈ, ਕਾਰਨ ਕੀ ਹੈ? ਇਹ 'ਚ ਇਮਿਊਨਿਟੀ ਦੀ ਕੋਈ ਪ੍ਰੋਬਲਮ ਆ? ਹਾਂਜੀ, ਇਮਿਊਨਿਟੀ ਦੀ ਪ੍ਰੋਬਲਮ ਵੀ ਕਹਿ ਸਕਦੇ ਹਾਂ, ਮਾਲਨਿਊਟ੍ਰੀਸ਼ਨ ਵੀ ਕਹਿ ਸਕਦੇ ਹਾਂ ਅਸੀਂ ਇਹਦੇ ਵਿੱਚ, ਕਿ ਲੋਕ ਜਿਹੜੇ ਨੇ ਉਹ ਸਹੀ ਡਾਈਟ ਨਹੀਂ ਖਾ ਰਹੇ। ਕਿਤੇ ਨਾ ਕਿਤੇ ਸਾਡੀ ਡਾਈਟ 'ਚ ਜਿਹੜਾ ਫਰਕ ਹੈਗਾ। ਠੀਕ ਹੈ ਜੀ। ਡਾਕਟਰ ਸਾਹਿਬ, ਦਿਲ ਤੇ ਕਰ ਰਿਹਾ ਕਿ ਤੁਹਾਡੇ ਸਬਜੈਕਟ ਨੂੰ ਲੈ ਕੇ ਜਿਹੜਾ ਬਸਤੀਵਾਦ ਅਤੇ ਪਲੇਗ ਮਹਾਮਾਰੀ ਹੈ, ਔਰ ਉਹਨੂੰ ਅਸੀਂ ਅੱਜ ਦੇ ਚੀਜ਼ ਨਾਲ ਜੋ ਕੰਪੇਅਰ ਕਰਕੇ ਇਹਦੇ 'ਚ ਹੋਰ ਸਵਾਲ ਅਸੀਂ ਪੁੱਛਣ ਦਾ ਸਾਡਾ ਮਨ ਵੀ ਸੀਗਾ, ਲੇਕਿਨ ਵਕਤ ਸਾਨੂੰ ਇੰਨਾ ਇਜਾਜ਼ਤ ਨਹੀਂ ਦੇ ਰਿਹਾ। ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕੋ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਦਰਸ਼ਕਾਂ ਨੂੰ ਕੀ ਤੁਸੀਂ ਇਹ ਸੁਨੇਹਾ ਦੇਣਾ ਚਾਹੋਗੇ ਸਫਾਈ ਅਭਿਆਨ ਦੇ ਉੱਤੇ, ਸਵੱਛ ਭਾਰਤ ਦੇ ਉੱਤੇ? ਹਾਂਜੀ, ਮੈਂ ਇਹ ਕਹਿਣਾ ਚਾਹੂੰਗੀ ਕਿ ਆਪਣੇ ਸਾਡਾ ਘਰ ਪਰਿਵਾਰ ਨੂੰ ਸਫਾਈ ਜਿਹੜੀ ਅਸੀਂ ਆਮ ਤੌਰ 'ਤੇ ਰੱਖਦੇ ਹੀ ਹਾਂ, ਲੇਕਿਨ ਆਪਣੇ ਘਰ ਤੋਂ ਬਾਹਰ ਵੀ ਸਾਨੂੰ ਆਪਣਾ ਆਲਾ ਦੁਆਲਾ, ਆਪਣੇ ਇੰਸਟੀਟਿਊਸ਼ਨਸ ਜਿਹੜੀਆਂ, ਆਪਣੇ ਸਕੂਲ ਕਾਲਜ ਨੇ, ਆਪਣੇ ਹਸਪਤਾਲ ਨੇ, ਆਪਣੇ ਗਲੀ ਮੁਹੱਲੇ ਜਿਹੜੇ ਉਹਨਾਂ ਨੂੰ ਸਾਫ਼ ਰੱਖਣਾ ਚਾਹੀਦਾ। ਤੁਸੀਂ ਕਾਲਜ 'ਚ ਪੜ੍ਹਾਉਂਦੇ ਹੋ ਜੀ? ਕਿਹੜੇ ਕਾਲਜ 'ਚ ਪੜ੍ਹਾਉਂਦੇ ਹੋ? ਮੈਂ BLM ਗਰਲਸ ਕਾਲਜ ਨਵਾਂ ਸ਼ਹਿਰ ਪੜ੍ਹਾਉਂਦੀ ਹਾਂ ਜੀ। ਉੱਥੇ ਵੀ ਤੁਸੀਂ ਕਦੀ ਇਦਾਂ ਦਾ ਮੈਸੇਜ ਦਿੱਤਾ? ਹਾਂਜੀ ਬਿਲਕੁਲ। ਤੇ ਮੇਰਾ ਖਿਆਲ ਹੈ ਕਿ ਜੋ ਡਾਕਟਰ ਸਾਹਿਬ ਦਾ ਇਸ ਟਾਈਮ ਮੈਸੇਜ, ਡਾਕਟਰ ਰੂਬੀ ਬਾਲਾ ਹੋਣਾ ਦਾ ਜਿਹੜਾ ਮੈਸੇਜ ਹੈ, ਔਰ ਜੋ ਉਹਨਾਂ ਦੀਆਂ ਕੁਝ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਮੈਂ ਉਮੀਦ ਕਰਦਾ ਕਿ ਅੱਜ ਜੋ ਇਹਨਾਂ ਨੇ ਗੱਲਾਂ ਦਸੀਆਂ ਔਰ ਇਤਿਹਾਸ ਨੂੰ ਵਰਤਮਾਨ ਦੇ ਨਾਲ ਕੰਪੇਅਰ ਕਰਕੇ ਦੱਸਿਆ ਕਿ ਉਦੋਂ ਵੀ ਬਿਮਾਰੀਆਂ ਫੈਲਦੀਆਂ ਸੀ, ਅੱਜ ਵੀ ਬਿਮਾਰੀਆਂ ਫੈਲਦੀਆਂ, ਲੇਕਿਨ ਸਭ ਤੋਂ ਵੱਡਾ ਕਾਰਨ ਕੀ ਆ? ਇਮਿਊਨਿਟੀ ਦਾ ਵੀਕ ਹੋਣਾ ਔਰ ਗੰਦਗੀ ਦਾ ਵਧਣਾ। ਜੇ ਅਸੀਂ ਸਫਾਈ ਅਭਿਆਨ ਦੇ ਰਾਹੀਂ ਆਪਣੀ ਗੰਦਗੀ, ਆਲਾ ਦੁਆਲਾ ਦੀ ਗੰਦਗੀ ਦੂਰ ਕਰਕੇ ਸਫਾਈ ਰੱਖਾਂਗੇ, ਔਰ ਇਮਿਊਨਿਟੀ ਨੂੰ ਚਾਹੇ ਯੋਗਾ ਦੇ ਥਰੂ, ਚਾਹੇ ਐਕਸਰਸਾਈਜ਼ ਦੇ ਥਰੂ, ਜਾਂ ਚੰਗੀ ਖੁਰਾਕ ਦੇ ਥਰੂ ਅਸੀਂ ਇਮਿਊਨਿਟੀ ਨੂੰ ਸਟਰੋਂਗ ਕਰਾਂਗੇ, ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿਮਾਰੀਆਂ ਤੋਂ ਬਿਲਕੁਲ ਕਿਨਾਰਾ ਕਰ ਲਵਾਂਗੇ ਔਰ ਇੱਕ ਸਵਸਥ ਜੀਵਨ ਨੂੰ ਜੀਵਾਂਗੇ। ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।